ਮੈਂ ਸਊਦੀ ਵਿੱਚ ਇੱਕ ਅਰਬ ਦੇ ਘਰ ਕੰਮ ਕਰਦੀ ਸੀ। ਉਹ ਅਰਬ ਲੋਕ ਹਰ ਰਾਤ ਆਪਣੇ ਕੰਬਲਾਂ ਵਿੱਚ ਬਰਫ਼ ਪਾ ਕੇ ਸੌਂਦੇ ਸਨ। ਰਾਜ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਕਿਹਾ ਜਾਂਦਾ ਹੈ ਕਿ ਕੋਈ ਵੀ ਬਦਸੂਰਤ ਨਹੀਂ ਹੁੰਦਾ, ਵਿਅਕਤੀ ਅਸਲ ਵਿੱਚ ਗਰੀਬ ਹੁੰਦਾ ਹੈ। ਇਹ ਉਦਾਹਰਣ ਮੇਰੀ ਮਾਂ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਸੀ। ਉਹ ਬਹੁਤ ਸੁੰਦਰ ਸੀ, ਪਰ ਪੁਰਾਣੇ ਅਤੇ ਫਟੇ ਹੋਏ ਕੱਪੜੇ ਪਹਿਨਣ ਨਾਲ ਉਸ ਦੀ ਸੁੰਦਰਤਾ 'ਤੇ ਦਾਗ ਲੱਗ ਜਾਂਦਾ ਸੀ, ਜਿਸ ਕਾਰਨ ਉਹ ਆਮ ਲੋਕਾਂ ਵਰਗੀ ਲੱਗਦੀ ਸੀ। ਪਰ ਜਦੋਂ ਈਦ ਆਉਂਦੀ ਤਾਂ ਮਾਲਕਣ ਆਪਣੇ ਕੁਝ ਨਵੇਂ ਜੋੜੇ ਕੱਢ ਕੇ ਮੇਰੀ ਮਾਂ ਨੂੰ ਦੇ ਦਿੰਦੀ ਸੀ। ਨਾਲ ਹੀ ਕੁਝ ਪੁਰਾਣਾ ਮੇਕਅਪ ਅਤੇ ਕੁਝ ਪੁਰਾਣੇ ਗਹਿਣੇ ਆਦਿ ਵੀ ਦੇ ਦਿੰਦੀ। ਇੰਨੇ ਸਮਾਨ ਨਾਲ ਹੀ ਮੇਰੀ ਮਾਂ ਈਦ ਵਾਲੇ ਦਿਨ ਇੰਨੀ ਖੂਬਸੂਰਤ ਲੱਗਦੀ ਸੀ ਕਿ ਕੋਈ ਕਹਿ ਨਹੀਂ ਸਕਦਾ ਸੀ ਕਿ ਆਮ ਦਿਨਾਂ 'ਤੇ ਇਹ ਔਰਤ ਘਰ ਘਰ ਵਿੱਚ ਸਫਾਈ ਦਾ ਕੰਮ ਕਰਦੀ ਹੈ। ਈਦ ਦੇ ਦਿਨ ਮੇਰੀ ਮਾਂ ਮੇਰੀ ਮਾਲਕਣ ਨਾਲੋਂ ਵੱਧ ਸੁੰਦਰ ਲੱਗ ਰਹੀ ਸੀ। ਇਸ ਲਈ ਹੁਣ ਈਰਖਾ ਕਾਰਨ ਮਾਲਕਣ ਨੇ ਮਾਂ ਨੂੰ ਆਪਣੇ ਕੱਪੜੇ ਵੀ ਦੇਣੇ ਬੰਦ ਕਰ ਦਿੱਤੇ ਸਨ। ਮੇਰੀ ਮਾਂ ਦੀਆਂ 2 ਧੀਆਂ ਸਨ, ਇੱਕ ਮੈਂ ਅਤੇ ਇੱਕ ਮੇਰੇ ਤੋਂ 3 ਸਾਲ ਛੋਟੀ। ਮੈਂ ਆਪਣੀ ਛੋਟੀ ਭੈਣ ਜਿੰਨੀ ਸੁੰਦਰ ਨਹੀਂ ਸੀ ਅਤੇ ਉਹ ਆਪਣੀ ਇਸ ਸੁੰਦਰਤਾ ਤੋਂ ਜਾਣੂ ਸੀ। ਉਹ ਮਾਂ ਨੂੰ ਕਹਿੰਦੀ ਹੈ ਕਿ ਮਾਂ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਕੰਮ ਕਰਨ ਲਈ ਪੈਦਾ ਨਹੀਂ ਹੋਈ। ਮੇਰੇ ਤੋਂ ਇਹ ਉਮੀਦ ਨਾ ਰੱਖੋ ਕਿ ਮੈਂ ਘਰ ਘਰ ਜਾ ਕੇ ਲੋਕਾਂ ਦੇ ਭਾਂਡੇ ਸਾਫ਼ ਕਰਾਂਗੀ। ਮੈਂ ਰਾਜਕੁਮਾਰ ਨਾਲ ਵਿਆਹ ਕਰਕੇ ਇਸ ਛੋਟੇ ਜਿਹੇ ਘਰ ਤੋਂ ਬਾਹਰ ਚਲੀ ਜਾਵਾਂਗੀ। ਮਾਂ ਤੇ ਮੈਂ ਉਸ ਦੀ ਗੱਲ ਸੁਣ ਕੇ ਹੱਸ ਪੈਂਦੀ। ਮਾਂ ਕਹਿੰਦੀ ਕਿ ਝੁੱਗੀਆਂ ਵਿੱਚ ਰਹਿਣ ਵਾਲੀਆਂ ਦੀ ਕਿਸਮਤ ਵਿੱਚ ਰਾਜਕੁਮਾਰ ਕਿੱਥੋਂ ਆਉਣਗੇ। ਸਾਨੂੰ ਆਪਣੀ ਚਾਦਰ ਦੇ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਪਰ ਇਹ ਕੁੜੀ ਕਦੇ ਨਹੀਂ ਮੰਨਦੀ, ਬਸ ਸੁਪਨੇ ਹੀ ਵੇਖਦੀ ਰਹਿੰਦੀ। ਮੈਂ ਆਪਣੀ ਮਾਂ ਨਾਲ ਕੰਮ ਤੇ ਜਾਂਦੀ ਸੀ ਅਤੇ ਉਸਨੇ ਇਹ ਕਹਿ ਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਕੋਈ ਕੰਮ ਕਰਨ ਲਈ ਪੈਦਾ ਨਹੀਂ ਹੋਈ। ਮਾਂ ਨੂੰ ਗੁੱਸਾ ਆਉਂਦਾ ਤੇ ਮੈਂ ਉਸ ਨੂੰ ਸਮਝਾ ਦਿੰਦੀ ਕਿ ਮਾਂ ਉਸ ਨੂੰ ਕੰਮ ਕਰਨ ਲਈ ਕਿਉਂ ਕਹਿੰਦੀ ਹੈ। ਉਹ ਸਹੀ ਕਹਿ ਰਹੀ ਹੈ। ਉਸ ਦੇ ਹੱਥ ਦੇਖੇ ਹਨ, ਕਿੰਨੇ ਗੋਰੇ ਹਨ, ਦੁੱਧ ਦੀ ਮਲਾਈ ਵਾਂਗ। ਜੇ ਉਹ ਕੰਮ ਕਰੇਗੀ ਤਾਂ ਉਸ ਦੇ ਹੱਥ ਵੀ ਸਾਡੇ ਵਾਂਗ ਖਰਾਬ ਹੋ ਜਾਣਗੇ। ਮਾਂ ਕਹਿੰਦੀ ਸੀ ਕਿ ਜੇ ਮੇਰੇ ਵੱਸ ਹੁੰਦਾ ਤਾਂ ਮੈਂ ਤੇਰੇ ਤੋਂ ਵੀ ਕਦੇ ਕੰਮ ਨਹੀਂ ਕਰਵਾਉਂਦੀ ਸੀ, ਪਰ ਮੈਂ ਕੀ ਕਰਾਂ, ਮੇਰੀ ਮਜਬੂਰੀ ਹੈ। ਮੈਂ ਇਹਨਾਂ ਗੱਲਾਂ ਨੂੰ ਸਮਝਦੀ ਸੀ, ਇਸ ਲਈ ਮੈਨੂੰ ਆਪਣੀ ਮਾਂ ਨਾਲ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ। ਜਿਸ ਤਰ੍ਹਾਂ ਮੇਰੀ ਜ਼ਿੰਦਗੀ ਚੱਲ ਰਹੀ ਸੀ ਉਸ ਤੋਂ ਮੈਂ ਬਹੁਤ ਖੁਸ਼ ਸੀ। ਪਰ ਮਾਂ ਤੇ ਮੇਰੇ ਮਨ ਵਿੱਚ ਵੀ ਨਹੀਂ ਸੀ ਕਿ ਮੇਰੀ ਛੋਟੀ ਭੈਣ ਕਿਸ ਰਾਹ ਤੇ ਤੁਰ ਪਈ ਹੈ। ਮੈਨੂੰ ਸਾਡੇ ਮੁਹੱਲੇ ਵਿੱਚ ਰਹਿੰਦੀਆਂ ਇੱਕ ਆਂਟੀ ਨੇ 1-2 ਵਾਰ ਕਿਹਾ ਸੀ ਕਿ ਆਪਣੀ ਛੋਟੀ ਭੈਣ ਤੇ ਨਜ਼ਰ ਰੱਖੋ, ਉਸ ਦੀਆਂ ਹਰਕਤਾਂ ਠੀਕ ਨਹੀਂ ਹਨ। ਪਰ ਮੈਂ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ। ਪਰ ਹੋਇਆ ਜੋ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇੱਕ ਦਿਨ ਜਦੋਂ ਅਸੀਂ ਆਪਣੇ ਕੰਮ ਤੋਂ ਘਰ ਵਾਪਸ ਆਏ ਤਾਂ ਉਹ ਘਰ ਨਹੀਂ ਸੀ, ਪਰ ਉੱਥੇ ਇੱਕ ਚਿੱਠੀ ਪਈ ਸੀ ਜਿਸ ਵਿੱਚ ਉਸਨੇ ਲਿਖਿਆ ਕਿ ਉਸ ਨੂੰ ਉਸਦੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੈ ਅਤੇ ਉਹ ਉਸ ਦੇ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹੈ। ਇਹ ਸੁਣ ਕੇ ਮਾਂ ਨੂੰ ਬਹੁਤ ਸਦਮਾ ਲੱਗਾ। ਇੰਨੀਆਂ ਮੁਸ਼ਕਲਾਂ ਨਾਲ ਪਾਲੀ ਹੋਈ ਉਸ ਦੀ ਧੀ ਪਤਾ ਨਹੀਂ ਕਿਸ ਨਾਲ ਚਲੀ ਗਈ ਸੀ। ਉਹ ਕੌਣ ਸੀ, ਕਿਹੋ ਜਿਹਾ ਸੀ, ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਸੀ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਉਸ ਨੇ ਇੱਕ ਅਮੀਰ ਆਦਮੀ ਨਾਲ ਵਿਆਹ ਕਰ ਲਿਆ ਹੈ ਅਤੇ ਉਸ ਨਾਲ ਸਊਦੀ ਚਲੀ ਗਈ ਹੈ। ਮਾਂ ਨੇ ਉਸ ਦੇ ਜਾਣ ਦੇ ਸਦਮੇ ਨੂੰ ਆਪਣੇ ਦਿਲ ਤੇ ਲਾ ਲਿਆ ਅਤੇ ਬਿਮਾਰ ਹੋ ਗਈ। ਹੁਣ ਮੈਂ ਇਕੱਲੀ ਹੀ ਕੰਮ ਕਰਦੀ ਸੀ ਅਤੇ ਘਰ ਦਾ ਖਰਚ ਚਲਾਉਂਦੀ ਸੀ। ਇੱਕ ਦਿਨ ਮਾਲਕ ਦੇ ਘਰ ਇੱਕ ਵੱਡੀ ਪਾਰਟੀ ਸੀ ਜਿਸ ਦੀਆਂ ਸਾਰੀਆਂ ਤਿਆਰੀਆਂ ਮੈਂ ਇਕੱਲੀ ਨੇ ਹੀ ਕੀਤੀਆਂ ਸਨ। ਅਗਲੇ ਦਿਨ ਮੇਰੇ ਬੌਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਮੈਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਕਿਸੇ ਬਿਹਤਰ ਜਗ੍ਹਾ ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਤੁਸੀਂ ਕੀ ਕਰੋਗੇ। ਮੈਂ ਉਸ ਨੂੰ ਕਿਹਾ ਕਿ ਮੈਂ ਅਜਿਹਾ ਚੰਗਾ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿਆਂਗੀ ਤੇ ਮੈਂ ਇਸ ਮੌਕੇ ਦਾ ਫਾਇਦਾ ਉਠਾਵਾਂਗੀ ਕਿਉਂਕਿ ਮੇਰੀ ਮਾਂ ਬਿਮਾਰ ਹੈ, ਉਸ ਦਾ ਇਲਾਜ ਬਹੁਤ ਜ਼ਰੂਰੀ ਹੈ। ਮਾਲਕ ਨੇ ਕਿਹਾ ਕਿ ਕੱਲ ਪਾਰਟੀ ਵਿੱਚ ਮੇਰੇ ਇੱਕ ਦੋਸਤ ਨੂੰ ਤੁਹਾਡਾ ਕੰਮ ਬਹੁਤ ਪਸੰਦ ਆਇਆ। ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਲਈ ਕੰਮ ਕਰੋ। ਤੁਹਾਡੀ ਤਨਖਾਹ ਤੁਹਾਡੀ ਸੋਚ ਤੋਂ ਵੀ ਵੱਧ ਹੋਵੇਗੀ। ਮੈਂ ਮਾਲਕ ਨੂੰ ਕਿਹਾ ਕਿ ਠੀਕ ਹੈ, ਮੈਂ ਤਿਆਰ ਹਾਂ।
ਉਸ ਦਾ ਘਰ ਕਿੱਥੇ ਹੈ। ਮੈਨੂੰ ਆਪਣੀ ਮਾਂ ਦੇ ਇਲਾਜ ਲਈ ਪੈਸੇ ਦੀ ਸਖਤ ਲੋੜ ਸੀ ਅਤੇ ਮੈਂ ਕੁਝ ਵੀ ਕਰਨ ਲਈ ਤਿਆਰ ਸੀ। ਮਾਲਕ ਕੁਝ ਦੇਰ ਚੁੱਪ ਰਿਹਾ। ਮੈਂ ਇਹ ਦੇਖ ਕੇ ਬੇਚੈਨ ਹੋਣ ਲੱਗੀ। ਫਿਰ ਮਾਲਕ ਨੇ ਕਿਹਾ ਕਿ ਤੈਨੂੰ ਸਊਦੀ ਜਾਣਾ ਪਵੇਗਾ। ਇਹ ਸੁਣ ਕੇ ਮੈਂ ਚੁੱਪ ਹੋ ਗਈ। ਮੈਂ ਆਪਣੀ ਬਿਮਾਰ ਮਾਂ ਨੂੰ ਇਕੱਲੇ ਛੱਡ ਕੇ ਇੰਨੀ ਦੂਰ ਕਿਵੇਂ ਜਾ ਸਕਦੀ ਸੀ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਜੇਕਰ ਮੇਰੇ ਪਿਤਾ ਅਤੇ ਭਰਾ ਦਾ ਪਰਛਾਵਾਂ ਮੇਰੇ ਸਿਰ ਤੇ ਹੁੰਦਾ ਤਾਂ ਮੇਰੇ ਲਈ ਕਿੰਨਾ ਚੰਗਾ ਹੁੰਦਾ। ਮਾਂ ਨੇ ਸਾਡੇ ਪਿਤਾ ਬਾਰੇ ਸਾਨੂੰ ਕਦੇ ਕੁਝ ਨਹੀਂ ਦੱਸਿਆ। ਬਸ ਮੈਨੂੰ ਇੰਨਾ ਪਤਾ ਸੀ ਕਿ ਮੇਰੇ ਪਿਤਾ ਨੇ 2 ਧੀਆਂ ਨੂੰ ਜਨਮ ਦੇਣ ਦੇ ਜੁਰਮ ਲਈ ਮੇਰੀ ਮਾਂ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਮੈਂ ਘਰ ਜਾ ਕੇ ਮਾਂ ਨੂੰ ਕਿਹਾ ਕਿ ਮੈਨੂੰ ਸਊਦੀ ਜਾਣ ਦਾ ਮੌਕਾ ਮਿਲ ਰਿਹਾ ਹੈ ਤਾਂ ਮੇਰੀ ਪੂਰੀ ਗੱਲ ਸੁਣੇ ਬਿਨਾਂ ਮਾਂ ਨੇ ਮੇਰਾ ਹੱਥ ਫੜਦਿਆਂ ਕਿਹਾ ਕਿ ਤੁਸੀਂ ਉੱਥੇ ਜਾਓ, ਕੀ ਪਤਾ ਕਿ ਤੁਹਾਨੂੰ ਤੁਹਾਡੀ ਭੈਣ ਉੱਥੇ ਮਿਲ ਜਾਵੇ। ਮੇਰਾ ਦਿਲ ਕਹਿੰਦਾ ਹੈ ਕਿ ਉਹ ਕਿਸੇ ਮੁਸ਼ਕਲ ਵਿੱਚ ਹੈ। ਜੇ ਤੁਸੀਂ ਉੱਥੇ ਜਾਓ ਤਾਂ ਉਸ ਨੂੰ ਲੱਭ ਕੇ ਉਸ ਨੂੰ ਵਾਪਸ ਲਿਆਇਓ। ਮੈਨੂੰ ਚਿੰਤਾ ਸੀ ਕਿ ਮਾਂ ਨੂੰ ਇਕੱਲਾ ਕਿਵੇਂ ਛੱਡਾਂ, ਪਰ ਮਾਂ ਵੀ ਅੜੀ ਰਹੀ ਕਿ ਤੈਨੂੰ ਜਾਣਾ ਹੀ ਪਵੇਗਾ। ਉਸ ਦੀ ਜਿੱਦ ਕਰਕੇ ਮੈਂ ਮਾਲਕ ਨੂੰ ਹਾਂ ਕਰ ਦਿੱਤੀ। ਬਹੁਤ ਜਲਦੀ ਮਾਲਕ ਨੇ ਮੇਰਾ ਵੀਜ਼ਾ ਅਤੇ ਪਾਸਪੋਰਟ ਸਭ ਕੁਝ ਤਿਆਰ ਕਰਵਾ ਲਿਆ ਅਤੇ ਮੈਂ ਸਊਦੀ ਆ ਗਈ। ਉੱਥੇ ਮੈਨੂੰ ਇੱਕ ਅਰਬੀ ਕੋਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਬਹੁਤ ਵੱਡਾ ਅਤੇ ਆਲੀਸ਼ਾਨ ਘਰ ਸੀ। ਇੱਥੇ ਕੋਈ ਔਰਤ ਨਹੀਂ ਸੀ, ਬਸ ਉਹ ਇਕੱਲਾ ਰਹਿੰਦਾ ਸੀ। ਪਰ ਮੇਰੀ ਤਸੱਲੀ ਦੇ ਲਈ ਇਹ ਕਾਫੀ ਸੀ ਕਿ ਉੱਥੇ 2 ਹੋਰ ਔਰਤਾਂ ਕੰਮ ਕਰਦੀਆਂ ਸਨ। ਇੱਕ ਔਰਤ ਦਾ ਕੰਮ ਖਾਣਾ ਬਣਾਉਣਾ ਸੀ ਅਤੇ ਦੂਜੀ ਔਰਤ ਦਾ ਕੰਮ ਸਫਾਈ ਕਰਨਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਦੋਂ ਇੱਥੇ ਪਹਿਲਾਂ ਹੀ ਕੰਮ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਤਾਂ ਮੈਨੂੰ ਇੱਥੇ ਕਿਉਂ ਬੁਲਾਇਆ ਗਿਆ। ਪਰ ਜਲਦੀ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ। ਹੁਣ ਮੇਰੇ ਆਉਂਦਿਆਂ ਹੀ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਸਾਰੇ ਕੰਮ ਦੀ ਜ਼ਿੰਮੇਵਾਰੀ ਮੇਰੇ ਸਿਰ ਪਾ ਦਿੱਤੀ। ਜਿੱਥੇ 3-4 ਬੰਦਿਆਂ ਨੂੰ ਵੱਖ-ਵੱਖ ਤਨਖਾਹ ਦਿੱਤੀ ਜਾਂਦੀ ਸੀ, ਉੱਥੇ ਮਾਲਕ ਮੈਨੂੰ ਇਕੱਲੀ ਨੂੰ ਤਨਖਾਹ ਦੇ ਕੇ ਸਾਰ ਦਿੰਦਾ ਸੀ। ਮੈਂ ਵੀ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਕਿਉਂਕਿ ਮੈਂ ਆਪਣੀ ਤਨਖਾਹ ਆਪਣੇ ਘਰ ਭੇਜਦੀ ਸੀ ਅਤੇ ਮੇਰੀ ਮਾਂ ਦਾ ਇਲਾਜ ਬਹੁਤ ਚੰਗੀ ਤਰ੍ਹਾਂ ਹੋ ਰਿਹਾ ਸੀ। ਮੈਂ ਕਦੇ ਵੀ ਮਾਲਕ ਦੇ ਕਿਸੇ ਕੰਮ ਵਿੱਚ ਕੋਈ ਦਖਲ ਅੰਦਾਜ਼ੀ ਅਤੇ ਦਿਲਚਸਪੀ ਨਹੀਂ ਲਈ। ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਸੀ। ਨਾ ਹੀ ਮੈਂ ਆਪਣੇ ਬੌਸ ਨਾਲ ਗੱਲ ਕੀਤੀ ਸੀ ਅਤੇ ਨਾ ਹੀ ਉਸਨੇ ਕਦੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਇੱਥੇ ਸਮਾਂ ਵਧੀਆ ਲੰਘਣ ਲੱਗਾ। ਕਈ ਵਾਰ ਮੈਨੂੰ ਇਸ ਘਰ ਵਿੱਚ ਬਹੁਤ ਅਜੀਬ ਲੱਗਦਾ ਸੀ ਕਿਉਂਕਿ ਹਰ 3-4 ਦਿਨਾਂ ਬਾਅਦ ਮੇਰੇ ਮਾਲਕ ਦੇ ਦੋਸਤ ਉਸ ਨੂੰ ਮਿਲਣ ਆਉਂਦੇ ਸਨ ਅਤੇ ਜਦੋਂ ਉਹ ਘਰ ਆਉਂਦੇ ਸਨ ਤਾਂ ਮਾਲਕ ਮੈਨੂੰ ਕਹਿੰਦਾ ਸੀ ਕਿ ਤੁਸੀਂ ਮੈਨੂੰ ਕਮਰੇ ਦੇ ਦਰਵਾਜ਼ੇ ਤੇ ਸ਼ਰਬਤ ਦੇ ਦਿਓ ਅਤੇ ਕਮਰੇ ਵਿੱਚ ਨਾ ਆਇਓ। ਮੈਂ ਹੈਰਾਨ ਹੁੰਦੀ ਕਿ ਮਾਲਕ ਮੈਨੂੰ ਆਪਣੇ ਦੋਸਤਾਂ ਨੂੰ ਕਿਉਂ ਨਹੀਂ ਮਿਲਣ ਦਿੰਦਾ। ਫਿਰ ਮੈਂ ਵੀ ਸੋਚਦੀ ਕਿ ਮੇਰੇ ਲਈ ਚੰਗਾ ਹੀ ਹੈ। ਮੈਨੂੰ ਕਿਹੜਾ ਉਹਨਾਂ ਦੇ ਮਹਿਮਾਨ ਨੂੰ ਮਿਲਣ ਦਾ ਸ਼ੌਂਕ ਹੈ। ਮੇਰਾ ਬੌਸ ਅੰਗਰੇਜ਼ੀ ਅਤੇ ਅਰਬੀ ਚੰਗੀ ਤਰ੍ਹਾਂ ਜਾਣਦਾ ਸੀ ਪਰ ਮੈਂ ਅੰਗਰੇਜ਼ੀ ਨਹੀਂ ਪੜ੍ਹ ਸਕਦੀ ਸੀ। ਇੱਕ ਦਿਨ ਮੇਰੇ ਬੌਸ ਦੀ ਤਬੀਅਤ ਵਿਗੜ ਗਈ। ਪਹਿਲਾਂ ਉਹ ਆਪਣੇ ਮਹਿਮਾਨਾਂ ਨੂੰ ਲੈਣ ਲਈ ਖੁਦ ਜਾਂਦੇ ਸਨ ਪਰ ਇਸ ਵਾਰ ਉਹਨਾਂ ਨੇ ਮੈਨੂੰ ਕਿਹਾ ਕਿ ਜਾ ਕੇ ਮਹਿਮਾਨਾਂ ਨੂੰ ਲੈ ਕੇ ਆਓ। ਮੈਂ ਮਹਿਮਾਨਾਂ ਲਈ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਅੰਦਰ ਲੈ ਆਈ। ਥੋੜੀ ਦੇਰ ਬਾਅਦ ਮੈਂ ਸ਼ਰਬਤ ਦੇਣ ਲਈ ਦਰਵਾਜ਼ਾ ਖੜਕਾਇਆ ਅਤੇ ਅੰਦਰ ਚਲੀ ਗਈ। ਅੰਦਰ ਵੜਦਿਆਂ ਹੀ ਮੈਂ ਜੋ ਦੇਖਿਆ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਜਦੋਂ ਕੋਈ ਕਿਸੇ ਦੀ ਸਿਹਤ ਦਾ ਪਤਾ ਲੈਣ ਆਉਂਦਾ ਹੈ ਤਾਂ ਉਹ ਫਲ ਅਤੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਅਤੇ ਇਹ ਲੋਕ ਬਰਫ਼ ਲੈ ਕੇ ਆਏ ਸਨ। ਮੈਨੂੰ ਕਮਰੇ ਵਿੱਚ ਦੇਖ ਕੇ ਮੇਰੇ ਮਾਲਕ ਨੇ ਕਿਹਾ, ਜਾਓ, ਤੁਸੀਂ ਇੱਥੇ ਕਿਉਂ ਆਏ ਹੋ? ਮੈਂ ਕਮਰੇ ਤੋਂ ਬਾਹਰ ਆ ਗਈ। ਮੈਨੂੰ ਉਹਨਾਂ ਤੇ ਸ਼ੱਕ ਹੋਇਆ, ਇਸ ਲਈ ਮੈਂ ਕਮਰੇ ਦੇ ਬਾਹਰ ਖੜੀ ਹੋ ਕੇ ਉਹਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਕਿਉਂਕਿ ਉਹ ਸਾਰੇ ਅਰਬੀ ਬੋਲ ਰਹੇ ਸਨ। ਰਾਤ ਨੂੰ ਜਦੋਂ ਮੈਂ ਮਾਲਕ ਨੂੰ ਚਾਹ ਦੇਣ ਲਈ ਗਈ ਤਾਂ ਮੈਂ ਦੇਖਿਆ ਕਿ ਉਹ ਆਪਣੇ ਕੰਬਲ ਵਿੱਚ ਬਰਫ਼ ਰੱਖ ਰਿਹਾ ਸੀ। ਮੈਂ ਦੇਖ ਕੇ ਦੰਗ ਰਹਿ ਗਈ। ਮੈਨੂੰ ਸਮਝ ਨਹੀਂ ਆਈ, ਇਸ ਲਈ ਮੈਂ ਇਹ ਪੁੱਛਣ ਦੀ ਹਿੰਮਤ ਕੀਤੀ ਕਿ ਤੁਸੀਂ ਆਪਣੇ ਕੰਬਲ ਵਿੱਚ ਬਰਫ਼ ਰੱਖ ਕੇ ਕਿਉਂ ਸੋ ਰਹੇ ਹੋ? ਉਹ ਕਹਿਣ ਲੱਗੇ, ਸ਼ਾਇਦ ਤੈਨੂੰ ਪਤਾ ਨਹੀਂ, ਇੱਥੇ ਇਹ ਰਿਵਾਜ ਹੈ। ਅਰਬ ਅਕਸਰ ਆਪਣੇ ਕੰਬਲਾਂ ਵਿੱਚ ਬਰਫ਼ ਰੱਖ ਕੇ ਸੌਂਦੇ ਹਨ ਕਿਉਂਕਿ ਇਹ ਉਹਨਾਂ ਨੂੰ ਠੰਡਾ ਰੱਖਦੀ ਹੈ ਅਤੇ ਜਵਾਨ ਰੱਖਦੀ ਹੈ।
ਇਹ ਗੱਲ ਮੇਰੇ ਲਈ ਬਿਲਕੁਲ ਨਵੀਂ ਸੀ ਅਤੇ ਹੈਰਾਨੀਜਨਕ ਵੀ ਸੀ, ਕਿਉਂਕਿ ਕੰਬਲ ਵਿੱਚ ਬਰਫ਼ ਪਾ ਕੇ ਸੌਣਾ ਬਹੁਤ ਅਜੀਬ ਹੈ। ਮੈਂ ਸੋਚਿਆ, ਸਾਊਦੀ ਬਹੁਤ ਵੱਡਾ ਸ਼ਹਿਰ ਹੈ, ਹੋ ਸਕਦਾ ਹੈ ਕਿ ਇਹ ਇੱਥੋਂ ਦੇ ਸੱਭਿਆਚਾਰ ਦਾ ਹਿੱਸਾ ਹੋਵੇ। ਵੈਸੇ ਵੀ ਮੈਨੂੰ ਇਸ ਜਗ੍ਹਾ ਬਾਰੇ ਕੁਝ ਨਹੀਂ ਪਤਾ ਸੀ। ਇਹ ਸਭ ਸੋਚਦਿਆਂ ਮੈਂ ਇਸ ਬਾਰੇ ਭੁੱਲ ਗਈ। ਹੁਣ ਮੈਂ ਸੋਚ ਰਹੀ ਸੀ ਕਿ ਮੈਨੂੰ ਵੀ ਘਰੋਂ ਨਿਕਲਣਾ ਚਾਹੀਦਾ ਹੈ, ਕਿਉਂਕਿ ਮੈਂ ਇੱਥੇ ਕੈਦ ਹੋਣ ਨਹੀਂ ਆਈ ਸੀ। ਮੈਂ ਆਪਣੀ ਭੈਣ ਨੂੰ ਵੀ ਲੱਭਣਾ ਸੀ। ਕੌਣ ਜਾਣਦਾ ਹੈ ਕਿ ਜਦੋਂ ਮੈਂ ਘਰੋਂ ਬਾਹਰ ਜਾਵਾਂਗੀ ਤਾਂ ਅਚਾਨਕ ਅਜਿਹਾ ਕੁਝ ਹੋ ਜਾਵੇ ਕਿ ਮੇਰੀ ਭੈਣ ਮੇਰੇ ਨਾਲ ਟਕਰਾ ਜਾਵੇ। ਜਦੋਂ ਮੈਂ ਆਪਣੇ ਬੌਸ ਤੋਂ ਬਾਹਰ ਜਾਣ ਦੀ ਇਜਾਜ਼ਤ ਲਈ ਤਾਂ ਉਸਨੇ ਮੈਨੂੰ ਕੁਝ ਨਹੀਂ ਕਿਹਾ। ਉਸਨੇ ਮੈਨੂੰ ਕਿਹਾ ਕਿ ਜਦੋਂ ਮੇਰੇ ਮਹਿਮਾਨ ਆਉਣ ਤਾਂ ਤੁਸੀਂ ਸਾਡੇ ਲਈ ਖਾਣ ਪੀਣ ਦਾ ਪ੍ਰਬੰਧ ਕਰੋ, 2-3 ਘੰਟੇ ਲਈ ਚਲੇ ਜਾਓ। ਮੈਂ ਕਿਹਾ ਠੀਕ ਹੈ। ਵੈਸੇ ਤਾਂ ਕਈ ਵਾਰ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਮਾਲਕ ਦੇ ਮਹਿਮਾਨ ਹਰ ਰੋਜ਼ ਆਉਂਦੇ ਰਹਿੰਦੇ ਹਨ ਅਤੇ ਹਰ ਵਾਰ ਉਹੀ ਮਹਿਮਾਨ ਆਉਂਦੇ ਹਨ। ਸ਼ਾਇਦ ਉਹ ਉਹਨਾਂ ਦੇ ਦੋਸਤ ਹਨ ਅਤੇ ਇਸੇ ਲਈ ਉਹ ਅਚਨਚੇਤ ਮਿਲਣ ਆਉਂਦੇ ਹਨ ਅਤੇ ਜਦੋਂ ਵੀ ਉਹ ਆਉਂਦੇ ਸੀ ਤਾਂ ਉਹ ਮਾਲਕ ਲਈ ਬਰਫ਼ ਲੈ ਕੇ ਆਉਂਦੇ ਸੀ। ਉਸ ਦਿਨ ਤੋਂ ਮੈਂ ਇਸ ਗੱਲ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮਾਲਕ ਹਰ ਰੋਜ਼ ਆਪਣੇ ਕੰਬਲ ਵਿੱਚ ਬਰਫ਼ ਰੱਖ ਕੇ ਸੌਂਦੇ ਸੀ, ਪਰ ਜਦੋਂ ਉਹ ਸਵੇਰੇ ਉੱਠਦੇ ਸੀ ਤਾਂ ਬਿਸਤਰਾ ਗਿੱਲਾ ਹੋਣਾ ਚਾਹੀਦਾ ਸੀ, ਪਰ ਹਮੇਸ਼ਾ ਸੁੱਕਾ ਹੁੰਦਾ ਸੀ। ਮੈਂ ਬਹੁਤ ਹੈਰਾਨ ਹੁੰਦੀ ਤੇ ਸੋਚਦੀ ਰਹਿੰਦੀ, ਆਖਰ ਇਹ ਸਭ ਕੀ ਹੈ? ਇਹ ਨਹੀਂ ਹੋ ਸਕਦਾ ਸੀ ਕਿ ਮਾਲਕ ਹਰ ਰਾਤ ਬਰਫ਼ ਕੰਬਲ ਵਿੱਚ ਰੱਖ ਕੇ ਸੌਂਦਾ ਅਤੇ ਬਰਫ਼ ਜੰਮੀ ਹੀ ਰਹਿੰਦੀ, ਪਿਘਲਦੀ ਨਹੀਂ ਸੀ। ਇਹ ਸਭ ਕੀ ਸੀ? ਮੈਨੂੰ ਇਸ ਬਾਰੇ ਸੋਚਦਿਆਂ ਚੱਕਰ ਆਉਣ ਲੱਗੇ। ਪਰ ਜਦੋਂ ਮੈਂ ਇੱਕ ਦਿਨ ਦੇਖਿਆ ਤਾਂ ਇੰਜ ਹੀ ਸੀ ਕਿ ਇਹ ਬਰਫ਼ ਪਿਘਲਦੀ ਨਹੀਂ ਸੀ। ਇੱਕ ਦਿਨ ਮੈਂ ਲੁਕ ਕੇ ਦਰਵਾਜ਼ੇ ਦੀ ਬਿਰਲ ਵਿੱਚੋਂ ਦੇਖਿਆ ਤਾਂ ਉਹ ਸਾਰੇ ਦੋਸਤ ਆਪਣੇ ਹੱਥਾਂ ਵਿੱਚ ਬਰਫ਼ ਦੇ ਵੱਡੇ ਟੁਕੜੇ ਨੂੰ ਦੇਖ ਰਹੇ ਸਨ ਅਤੇ ਇਸ ਵਿੱਚੋਂ ਪਾਣੀ ਵੀ ਨਹੀਂ ਨਿਕਲ ਰਿਹਾ ਸੀ। ਮੈਂ ਹੈਰਾਨ ਸੀ ਕਿ ਬਰਫ਼ ਕਿਸ ਤਰ੍ਹਾਂ ਦੀ ਸੀ, ਪਰ ਇਹ ਕੋਈ ਹੋਰ ਦੇਸ਼ ਸੀ। ਮੈਨੂੰ ਇੱਥੋਂ ਦੀਆਂ ਚੀਜ਼ਾਂ ਬਾਰੇ ਨਹੀਂ ਪਤਾ ਸੀ। ਮੈਂ ਅਜੇ ਇੱਕ ਦਿਨ ਹੀ ਘਰੋਂ ਨਿਕਲੀ ਸੀ ਕਿ ਮੈਂ ਆਪਣੇ ਬੌਸ ਦੇ ਘਰ ਦੇ ਸਾਹਮਣੇ ਇੱਕ ਵੱਡੀ ਕਾਰ ਨੂੰ ਰੁਕਦੇ ਦੇਖਿਆ। ਕੁਝ ਲੋਕ ਉਸ ਤੋਂ ਹੇਠਾਂ ਉਤਰੇ ਜਿਨ੍ਹਾਂ ਨੇ ਕਾਲੇ ਕੋਟ ਪਾਏ ਹੋਏ ਸਨ। ਉਹ ਲੋਕ ਅੰਦਰ ਚਲੇ ਗਏ। ਸ਼ਾਇਦ ਉਹ ਵੀ ਸਾਹਿਬ ਦੇ ਮਹਿਮਾਨ ਸਨ। ਮੈਂ ਤੁਰੰਤ ਬਾਹਰ ਜਾਣ ਦੀ ਬਜਾਏ ਘਰ ਦੇ ਅੰਦਰ ਆ ਗਈ। ਮੈਂ ਸੋਚਿਆ ਕਿ ਮਾਲਕ ਮੇਰੇ ਤੇ ਗੁੱਸਾ ਨਾ ਹੋਣ ਕਿ ਮੈਂ ਘਰ ਕਿਉਂ ਨਹੀਂ ਸੀ ਜਦੋਂ ਉਹਨਾਂ ਦੇ ਮਹਿਮਾਨ ਆਏ। ਇਸ ਲਈ ਮੈਂ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾਉਣ ਲੱਗ ਪਈ। ਜਿਵੇਂ ਹੀ ਮੈਂ ਨਾਸ਼ਤਾ ਲੈ ਕੇ ਕਮਰੇ ਵੱਲ ਜਾਣ ਲੱਗੀ ਤਾਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਉੱਥੇ ਹੀ ਰੁਕ ਗਈ, ਕਿਉਂਕਿ ਇਸ ਵਾਰ ਉਹ ਹਿੰਦੀ ਵਿੱਚ ਹੀ ਗੱਲ ਕਰ ਰਹੇ ਸਨ। ਮੇਰਾ ਬੌਸ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ ਕਿ ਚਿੰਤਾ ਨਾ ਕਰੋ, ਅਸੀਂ ਇੱਥੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ, ਕਿਉਂਕਿ ਮੈਂ ਇਸ ਸਮੇਂ ਘਰ ਵਿੱਚ ਇਕੱਲਾ ਹਾਂ ਅਤੇ ਮੇਰੀ ਨੌਕਰਾਨੀ ਵੀ ਬਾਹਰ ਗਈ ਹੋਈ ਹੈ। ਇੱਕ ਆਦਮੀ ਕਹਿਣ ਲੱਗਾ, ਠੀਕ ਹੈ, ਤੁਸੀਂ ਦੱਸੋ ਤੁਸੀਂ ਕਿੰਨੇ ਟੁਕੜੇ ਭੇਜ ਸਕਦੇ ਹੋ? ਇਸ ਵਾਰ ਵੀ ਮੈਂ ਦਰਵਾਜ਼ੇ ਦੀ ਮੋਰੀ ਰਾਹੀਂ ਅੰਦਰ ਝਾਕਣ ਲੱਗੀ। ਮਾਲਕ ਨੇ ਉਹੀ ਬਰਫ਼ ਦੇ ਟੁਕੜੇ ਆਪਣੇ ਹੱਥ ਵਿੱਚ ਫੜੇ ਹੋਏ ਸਨ ਅਤੇ ਕਿਹਾ ਕਿ ਮੈਂ 15 ਟੁਕੜੇ ਭੇਜਣਾ ਚਾਹੁੰਦਾ ਹਾਂ। ਇਹ ਸੁਣ ਕੇ ਮੇਰੇ ਹੱਥੋਂ ਟਰੇ ਡਿੱਗਦੀ ਬਚੀ। ਇਹ ਵੀ ਹੋ ਸਕਦਾ ਸੀ ਕਿ ਇੱਥੇ ਬਰਫ਼ ਵੇਚੀ ਜਾਂਦੀ ਸੀ। ਮੈਂ ਰਸੋਈ ਵਿੱਚ ਟਰੇ ਰੱਖ ਕੇ ਬਾਹਰ ਆ ਗਈ। ਹੁਣ ਮੇਰਾ ਮਨ ਹਮੇਸ਼ਾ ਸੋਚਦਾ ਰਹਿੰਦਾ ਸੀ ਕਿ ਇਹ ਬਰਫ਼ ਕਿੱਥੋਂ ਆਉਂਦੀ ਹੈ, ਇਸ ਦਾ ਕਾਰੋਬਾਰ ਕੀ ਹੈ। ਜੇ ਮੈਨੂੰ ਪਤਾ ਹੁੰਦਾ ਮੈਂ ਵੀ ਇਹੀ ਕਾਰੋਬਾਰ ਕਰਦੀ। ਇਹ ਸੋਚ ਕੇ ਮੈਂ ਰਾਤ ਨੂੰ ਚੁੱਪਚਾਪ ਜਾਗ ਪਈ। ਮੈਂ ਸੋਚਿਆ ਕਿ ਮੈਂ ਫਰਿੱਜ ਵਿੱਚ ਦੇਖਾਂਗੀ, ਕੀ ਪਤਾ ਹੈ ਕਿ ਮੈਨੂੰ ਉੱਥੇ ਉਹੀ ਬਰਫ਼ ਮਿਲ ਜਾਵੇ, ਪਰ ਫਰਿੱਜ ਵਿੱਚ ਕੁਝ ਵੀ ਨਹੀਂ ਸੀ। ਜਦੋਂ ਮੇਰਾ ਬੌਸ ਸਵੇਰੇ ਉੱਠ ਕੇ ਬਾਥਰੂਮ ਗਿਆ ਤਾਂ ਮੈਂ ਝੱਟ ਉਸ ਦੇ ਕਮਰੇ ਵਿੱਚ ਜਾ ਕੇ ਕੰਬਲ ਚੁੱਕ ਕੇ ਦੇਖਿਆ ਤਾਂ ਉਸ ਦੇ ਹੇਠਾਂ ਉਹੀ ਬਰਫ਼ ਪਈ ਸੀ। ਮੈਂ ਇਸ ਨੂੰ ਆਪਣੇ ਹੱਥ ਵਿੱਚ ਫੜਿਆ ਅਤੇ ਦੇਖਿਆ ਕਿ ਇਹ ਬਹੁਤ ਠੰਡੀ ਸੀ। ਮੈਂ ਜਲਦੀ ਨਾਲ ਇਸ ਨੂੰ ਆਪਣੇ ਥਾਂ ਤੇ ਰੱਖ ਦਿੱਤਾ ਅਤੇ ਆਪਣੇ ਕਮਰੇ ਵੱਲ ਆ ਗਈ। ਮੇਰਾ ਬੌਸ ਹਰ ਰੋਜ਼ ਆਪਣੇ ਕੰਬਲ ਵਿੱਚ ਬਰਫ਼ ਪਾ ਕੇ ਸੌਂਦਾ ਸੀ ਅਤੇ ਮੈਂ ਹੈਰਾਨ ਹੁੰਦੀ ਸੀ ਕਿ ਉਹ ਅਜਿਹਾ ਕਿਉਂ ਕਰਦਾ ਹੈ। ਇੱਕ ਦਿਨ ਮੈਂ ਘਰ ਦੇ ਬਾਹਰ ਸੈਰ ਕਰਨ ਜਾ ਰਹੀ ਸੀ ਕਿ ਇੱਕ ਕਾਰ ਬੜੀ ਤੇਜ਼ੀ ਨਾਲ ਲੰਘੀ। ਪਤਾ ਨਹੀਂ ਕਿਉਂ ਉਸ ਕਾਰ ਵਿੱਚ ਬੈਠੀ ਕੁੜੀ ਮੇਰੀ ਛੋਟੀ ਭੈਣ ਵਰਗੀ ਲੱਗ ਰਹੀ ਸੀ। ਉਸ ਦੀ ਇੱਕ ਝਲਕ ਦੇਖ ਕੇ ਮੈਨੂੰ ਲੱਗਾ ਕਿ ਉਹ ਮੇਰੀ ਭੈਣ ਹੈ। ਮੈਂ ਤੇਜ਼ੀ ਨਾਲ ਉਸ ਕਾਰ ਦੇ ਪਿੱਛੇ ਭੱਜੀ, ਪਰ ਉਹ ਕਾਰ ਬਹੁਤ ਤੇਜ਼ੀ ਨਾਲ ਲੰਘ ਗਈ ਅਤੇ ਮੈਂ ਦੇਖਦੀ ਹੀ ਰਹਿ ਗਈ। ਇੱਕ ਦਿਨ ਮੈਨੂੰ ਬੌਸ ਨੇ ਦੱਸਿਆ ਕਿ ਕੁਝ ਦਿਨਾਂ ਲਈ
ਬਾਹਰ ਜਾ ਰਿਹਾ ਹਾਂ। ਇੱਕ ਦਿਨ ਮੈਨੂੰ ਬੌਸ ਨੇ ਦੱਸਿਆ ਕਿ ਮੈਂ ਕੁਝ ਦਿਨਾਂ ਲਈ ਬਾਹਰ ਜਾ ਰਿਹਾ ਹਾਂ। ਮੈਂ ਤੁਹਾਨੂੰ ਆਪਣੇ ਦੋਸਤ ਦੇ ਘਰ ਛੱਡ ਦਿਆਂਗਾ। ਤੁਸੀਂ ਓਨੇ ਦਿਨ ਉਹਨਾਂ ਦੇ ਘਰ ਦੀ ਦੇਖਭਾਲ ਕਰ ਦਿਓ। ਮੈਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਂ ਇੱਕ ਨੌਕਰਾਨੀ ਸੀ ਅਤੇ ਮੇਰਾ ਕੰਮ ਹੀ ਇਹ ਸੀ। ਫਿਰ ਚਾਹੇ ਮੈਂ ਇੱਥੇ ਕਰਾਂ ਜਾਂ ਕਿਸੇ ਹੋਰ ਦੇ ਘਰ, ਇਸ ਨਾਲ ਮੈਨੂੰ ਕੀ ਫਰਕ ਪੈਣਾ ਸੀ। ਮਾਲਕ ਨੇ ਮੈਨੂੰ ਆਪਣੇ ਦੋਸਤ ਦੇ ਘਰ ਛੱਡ ਦਿੱਤਾ ਜੋ ਦੂਰ ਨਹੀਂ ਸੀ। ਮੈਂ ਉੱਥੇ ਜਾਂਦਿਆਂ ਹੀ ਸਾਰਾ ਕੰਮ ਸੰਭਾਲ ਲਿਆ। ਮਾਲਕ ਦਾ ਇਹ ਦੋਸਤ ਸੀ ਜੋ ਅਕਸਰ ਸਾਡੇ ਘਰ ਆਉਂਦਾ ਜਾਂਦਾ ਸੀ। ਮੈਂ ਇਸ ਦੇ ਚਿਹਰੇ ਤੋਂ ਇਸ ਨੂੰ ਪਛਾਣਦੀ ਸੀ, ਪਰ ਮੈਂ ਇੱਥੇ ਉਹੀ ਕੰਮ ਹੁੰਦਾ ਦੇਖਿਆ ਜੋ ਮੇਰੇ ਮਾਲਕ ਦੇ ਘਰ ਹੁੰਦਾ ਸੀ ਤਾਂ ਮੈਂ ਹੈਰਾਨ ਰਹਿ ਗਈ। ਮੈਂ ਆਪਣੇ ਇਸ ਨਵੇਂ ਮਾਲਕ ਨੂੰ ਵੀ ਆਪਣੇ ਕੰਬਲ ਵਿੱਚ ਬਰਫ਼ ਨਾਲ ਸੁੱਤੇ ਹੋਏ ਦੇਖਿਆ। ਫਿਰ ਮੈਂ ਆਪਣੇ ਆਪ ਨੂੰ ਕਿਹਾ, ਮੈਂ ਇਸ ਗੱਲ ਨੂੰ ਬਹੁਤ ਅਜੀਬ ਸੋਚ ਰਹੀ ਸੀ ਅਤੇ ਆਪਣੇ ਬੌਸ ਤੇ ਸ਼ੱਕ ਕਰ ਰਹੀ ਸੀ, ਪਰ ਇੱਥੇ ਹਰ ਕੋਈ ਅਜਿਹਾ ਹੀ ਕਰਦਾ ਸੀ। ਹਰ ਕੋਈ ਆਪਣੇ ਕੰਬਲਾਂ ਵਿੱਚ ਬਰਫ਼ ਪਾ ਕੇ ਸੌਂਦਾ ਸੀ। ਮੈਂ ਸੋਚਿਆ, ਕਿੰਨੀ ਅਜੀਬ ਆਦਤ ਹੈ ਇਹਨਾਂ ਲੋਕਾਂ ਦੀ ਜੋ ਸਾਡੇ ਦੇਸ਼ ਵਿੱਚ ਨਹੀਂ ਹੈ। ਇਸ ਮਾਲਕ ਦੇ ਘਰ ਵਿੱਚ ਬਹੁਤੇ ਨੌਕਰ ਨਹੀਂ ਸਨ, ਇੱਕ ਮੈਂ ਸੀ ਅਤੇ ਇੱਕ ਮਾਲੀ। ਇੱਕ ਦਿਨ ਘਰ ਦੇ ਸਾਰੇ ਕੰਮ ਨਿਪਟਾਉਣ ਤੋਂ ਬਾਅਦ ਮੈਂ ਸੋਚਿਆ ਕਿ ਕੁਝ ਦੇਰ ਲਈ ਪਾਰਕ ਵਿੱਚ ਸੈਰ ਕਰਨ ਚਲੀ ਜਾਵਾਂ। ਸ਼ਾਇਦ ਉੱਥੇ ਜਾ ਕੇ ਮੇਰਾ ਦਿਲ ਥੋੜਾ ਖੁਸ਼ ਹੋ ਜਾਵੇ। ਮੈਨੂੰ ਪਤਾ ਨਹੀਂ ਲੱਗਾ ਕਦੋਂ ਮੈਂ ਤੁਰਦੀ ਫਿਰਦੀ ਆਪਣੇ ਪੁਰਾਣੇ ਮਾਲਕ ਦੇ ਘਰ ਦੇ ਬਾਹਰ ਪਹੁੰਚ ਗਈ। ਜਦੋਂ ਮੈਂ ਉੱਥੋਂ ਮੁੜਨ ਲੱਗੀ, ਮੈਂ ਗੇਟ ਵੱਲ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਮਾਲਕ ਨੇ ਮੈਨੂੰ ਦੱਸਿਆ ਸੀ ਕਿ ਉਹ ਦੇਸ਼ ਤੋਂ ਬਾਹਰ ਜਾ ਰਿਹਾ ਹੈ, ਪਰ ਮਾਲਕ ਇੱਥੇ ਹੀ ਸੀ। ਉਹਨਾਂ ਦੀ ਕਾਰ ਵੀ ਇੱਥੇ ਹੀ ਉਹਨਾਂ ਦੇ ਘਰ ਖੜੀ ਸੀ ਅਤੇ ਨਾਲ ਹੀ 3-4 ਹੋਰ ਵੱਡੀਆਂ ਗੱਡੀਆਂ ਵੀ ਉੱਥੇ ਖੜੀਆਂ ਸਨ। ਮੈਂ ਗੇਟ ਅੰਦਰ ਚਲੀ ਗਈ। ਇਸ ਤੋਂ ਪਹਿਲਾਂ ਕਿ ਮੈਂ ਘਰ ਦੇ ਅੰਦਰ ਜਾਂਦੀ, ਮੈਨੂੰ ਪਿੱਛੇ ਤੋਂ ਕਿਸੇ ਵਾਹਨ ਤੇ ਆਉਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਦੇਖ ਕੇ ਮੈਂ ਦਰਖਤ ਦੇ ਪਿੱਛੇ ਲੁਕ ਗਈ। ਇੰਜ ਲੱਗ ਰਿਹਾ ਸੀ ਜਿਵੇਂ ਅੱਜ ਇੱਥੇ ਕੋਈ ਪਾਰਟੀ ਹੋਵੇ। ਉਹ ਕੁੜੀ ਜੋ ਕਾਰ ਤੋਂ ਉਤਰੀ, ਉਸ ਨੂੰ ਦੇਖ ਕੇ ਮੈਨੂੰ ਲੱਗਾ ਜਿਵੇਂ ਮੇਰਾ ਸਾਹ ਰੁਕ ਗਿਆ ਹੋਵੇ। ਉਹ ਕੁੜੀ ਕੋਈ ਹੋਰ ਨਹੀਂ, ਮੇਰੀ ਭੈਣ ਸੀ ਅਤੇ ਸ਼ਾਇਦ ਉਸ ਦਾ ਪਤੀ ਵੀ ਉਸ ਦੇ ਨਾਲ ਸੀ। ਮੇਰੀ ਭੈਣ ਨੇ ਬਹੁਤ ਛੋਟੇ ਕੱਪੜੇ ਪਾਏ ਹੋਏ ਸਨ ਅਤੇ ਬਹੁਤ ਸਾਰਾ ਮੇਕਅਪ ਕੀਤਾ ਹੋਇਆ ਸੀ। ਉਸ ਦਾ ਪਤੀ ਅੱਗੇ ਘਰ ਦੇ ਅੰਦਰ ਚਲਾ ਗਿਆ ਅਤੇ ਉਹ ਵੀ ਆਪਣੇ ਪਤੀ ਦੇ ਪਿੱਛੇ ਜਾਣ ਲੱਗੀ। ਉਦੋਂ ਹੀ ਮੈਂ ਉਸ ਦਾ ਹੱਥ ਫੜ ਕੇ ਖਿੱਚ ਲਿਆ। ਉਹ ਮੈਨੂੰ ਇੱਥੇ ਦੇਖ ਕੇ ਹੈਰਾਨ ਰਹਿ ਗਈ। ਇੰਜ ਲੱਗਦਾ ਸੀ ਜਿਵੇਂ ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ। ਫਿਰ ਅਚਾਨਕ ਉਸ ਨੂੰ ਹੋਸ਼ ਆਈ ਅਤੇ ਉਸਨੇ ਮੈਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਲੱਭਣ ਲਈ ਇਸ ਦੇਸ਼ ਵਿੱਚ ਆਈ ਹਾਂ। ਤੈਨੂੰ ਇਹ ਵੀ ਨਹੀਂ ਪਤਾ ਕਿ ਤੇਰੇ ਜਾਣ ਤੋਂ ਬਾਅਦ ਸਾਡੇ ਨਾਲ ਕੀ ਹੋਇਆ। ਉਹ ਕਹਿਣ ਲੱਗੀ ਕਿ ਮੇਰੇ ਕੋਲ ਫਿਲਹਾਲ ਇੰਨਾ ਸਾਰੀਆਂ ਚੀਜ਼ਾਂ ਲਈ ਸਮਾਂ ਨਹੀਂ ਹੈ। ਮੈਂ ਤੁਹਾਨੂੰ ਆਪਣਾ ਫੋਨ ਨੰਬਰ ਦਿੰਦੀ ਹਾਂ। ਉਸਨੇ ਆਪਣੇ ਬੈਗ ਵਿੱਚੋਂ ਆਪਣਾ ਪੈਨ ਕੱਢਿਆ ਅਤੇ ਕਾਗਜ਼ ਦੇ ਟੁਕੜੇ ਉੱਤੇ ਆਪਣਾ ਨੰਬਰ ਲਿਖ ਕੇ ਮੈਨੂੰ ਦੇ ਦਿੱਤਾ। ਜਦੋਂ ਉਹ ਆਪਣਾ ਪੈਨ ਵਾਪਸ ਆਪਣੇ ਬੈਗ ਵਿੱਚ ਪਾਉਣ ਲੱਗੀ ਤਾਂ ਅਚਾਨਕ ਮੇਰੀ ਨਜ਼ਰ ਉਸਦੇ ਬੈਗ ਤੇ ਪਈ। ਮੈਂ ਉਸਦਾ ਬੈਗ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਸਦੇ ਬੈਗ ਦੇ ਅੰਦਰ ਵੀ ਉਹੀ ਟੁਕੜੇ ਰੱਖੇ ਹੋਏ ਸਨ। ਇਸ ਤੋਂ ਪਹਿਲਾਂ ਕਿ ਮੈਂ ਸਵਾਲ ਪੁੱਛਦੀ, ਉਹ ਤੇਜ਼ੀ ਨਾਲ ਅੰਦਰ ਚਲੀ ਗਈ। ਮੈਂ ਆਪਣੇ ਦੂਜੇ ਮਾਲਕ ਦੇ ਘਰ ਵਾਪਸ ਆ ਗਈ। ਇਸ ਦੇਸ਼ ਵਿੱਚ ਆ ਕੇ ਮੇਰੀ ਭੈਣ ਕੀ ਬਣ ਗਈ ਸੀ। ਮੇਰੇ ਬੌਸ ਨੇ ਮੈਨੂੰ ਆਪਣੇ ਦੋਸਤ ਦੇ ਘਰ ਕਿਉਂ ਭੇਜਿਆ ਜਦੋਂ ਉਸਨੇ ਇੱਥੇ ਪਾਰਟੀ ਕੀਤੀ ਸੀ। ਜੇ ਮੈਂ ਉੱਥੇ ਰਹਿੰਦੀ ਤਾਂ ਮੈਂ ਕੀ ਕਰ ਦਿੰਦੀ। ਕਾਸ਼ ਮੈਂ ਉੱਥੇ ਹੁੰਦੀ, ਮੈਂ ਆਪਣੀ ਭੈਣ ਨੂੰ ਵੀ ਜੀ ਭਰ ਕੇ ਦੇਖ ਤਾਂ ਲੈਂਦੀ। ਉਸੇ ਦਿਨ ਸ਼ਾਮ ਨੂੰ ਮਾਲਕ ਮੈਨੂੰ ਲੈਣ ਆਇਆ। ਮੈਨੂੰ ਸ਼ੱਕ ਸੀ ਕਿ ਉਸਨੇ ਮੈਨੂੰ ਪਾਰਟੀ ਲਈ ਕਿਉਂ ਨਹੀਂ ਬੁਲਾਇਆ। ਆਖਰਕਾਰ ਕੀ ਕਾਰਨ ਹੋ ਸਕਦਾ ਹੈ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਘਰ ਖਿਲਰਿਆ ਪਿਆ ਸੀ। ਉਹ ਕਹਿਣ ਲੱਗਾ ਕਿ ਕੱਲ ਮੇਰੇ ਘਰ ਪਾਰਟੀ ਸੀ, ਅਚਾਨਕ ਪ੍ਰੋਗਰਾਮ ਬਣ ਗਿਆ ਸੀ, ਇਸ ਲਈ ਤੁਹਾਨੂੰ ਬੁਲਾਉਣ ਦਾ ਮੌਕਾ ਨਹੀਂ ਮਿਲਿਆ। ਵੈਸੇ ਵੀ ਮੇਰੇ ਜਿੰਨੇ ਵੀ ਦੋਸਤ ਹਨ ਉਹ ਭਾਰਤੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਮੈਂ ਤੁਹਾਨੂੰ ਫੋਨ ਨਹੀਂ ਕੀਤਾ ਕਿ ਸ਼ਰਾਬ ਪੀਣ ਤੋਂ ਬਾਅਦ ਕੋਈ ਤੁਹਾਡੇ ਨਾਲ ਦੁਰਵਿਹਾਰ ਨਾ ਕਰੇ। ਇੱਥੇ ਤੁਸੀਂ ਮੇਰੀ ਜ਼ਿੰਮੇਵਾਰੀ ਹੋ। ਮੈਂ ਨਹੀਂ ਚਾਹੁੰਦਾ ਕਿ ਇੱਥੇ ਕੋਈ ਤੁਹਾਡੇ ਨਾਲ ਦੁਰਵਿਹਾਰ ਕਰੇ। ਮਾਲਕ ਦੀ ਗੱਲ ਸੁਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਉਸ ਬਾਰੇ
ਬਾਰੇ ਕਿੰਨਾ ਗਲਤ ਸੋਚ ਰਹੀ ਸੀ। ਬੇਵਜ੍ਹਾ ਉਸ ਤੇ ਸ਼ੱਕ ਕਰ ਰਹੀ ਸੀ ਅਤੇ ਉਹ ਮੇਰੇ ਬਾਰੇ ਕਿੰਨਾ ਸੋਚਦੇ ਹਨ। ਮੈਂ ਝੱਟ ਸਾਰਾ ਘਰ ਸਾਫ਼ ਕੀਤਾ ਤੇ ਫਿਰ ਮਾਲਕ ਦੇ ਕਮਰੇ ਵਿੱਚ ਆ ਗਈ। ਮਾਲਕ ਅਲਮਾਰੀ ਵਿੱਚ ਕੁਝ ਰੱਖ ਰਿਹਾ ਸੀ। ਮੈਨੂੰ ਦੇਖ ਕੇ ਉਸਨੇ ਕਿਹਾ ਕਿ ਅਲਮਾਰੀ ਮੈਂ ਸਾਫ਼ ਕਰ ਲਈ ਹੈ। ਜਿੰਨੇ ਟਾਈਮ ਵਿੱਚ ਮੈਂ ਬਾਥਰੂਮ ਤੋਂ ਆਉਂਦਾ ਹਾਂ ਤੁਹਾਡੇ ਕੋਲ ਓਨਾ ਹੀ ਸਮਾਂ ਹੈ। ਜਲਦੀ ਕਮਰਾ ਸਾਫ਼ ਕਰ ਦਿਓ। ਮੈਂ ਚਾਦਰ ਬਦਲਦੇ ਹੋਏ ਚੁੱਪਚਾਪ ਅਲਮਾਰੀ ਵੱਲ ਦੇਖਿਆ। ਇਹ ਮਨੁੱਖ ਦਾ ਸੁਭਾਅ ਹੈ ਕਿ ਉਸ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹ ਜ਼ਰੂਰ ਕਰਦਾ ਹੈ। ਮਾਲਕ ਨੇ ਮੈਨੂੰ ਅਲਮੀਰਾ ਦੀ ਸਫਾਈ ਨਾ ਕਰਨ ਲਈ ਕਿਹਾ ਸੀ। ਇਸ ਲਈ ਸ਼ੱਕ ਵਿੱਚ ਮੈਂ ਆਪਣੇ ਆਪ ਨੂੰ ਅਲਮਾਰੀ ਖੋਲ੍ਹਣ ਤੋਂ ਰੋਕ ਨਾ ਸਕੀ। ਉਸ ਦੀ ਅਲਮਾਰੀ ਦੇ ਹੇਠਲੇ ਦਰਾਜ਼ ਵਿੱਚ ਬਹੁਤ ਸਾਰੇ ਬਰਫ਼ ਦੇ ਟੁਕੜੇ ਪਏ ਸਨ। ਮੈਨੂੰ ਉਹ ਬਹੁਤ ਪਸੰਦ ਸਨ। ਮੈਂ ਉਹਨਾਂ ਨੂੰ ਚੋਰੀ ਨਹੀਂ ਕਰਨਾ ਚਾਹੁੰਦੀ ਸੀ, ਪਰ ਮੇਰੇ ਦਿਲ ਦੁਆਰਾ ਮਜਬੂਰ ਹੋ ਕੇ ਮੈਂ ਝੱਟ ਆਪਣੇ ਕੱਪੜਿਆਂ ਵਿੱਚ ਬਰਫ਼ ਦਾ ਇੱਕ ਟੁਕੜਾ ਲੁਕੋ ਲਿਆ ਅਤੇ ਤੁਰੰਤ ਬਾਹਰ ਆ ਗਈ। ਮੈਂ ਸੋਚਿਆ ਅੱਜ ਰਾਤ ਮੈਂ ਵੀ ਇਸ ਨੂੰ ਆਪਣੇ ਕੰਬਲ ਵਿੱਚ ਰੱਖ ਕੇ ਸੌਵਾਂਗੀ ਅਤੇ ਦੇਖਾਂਗੀ ਕਿ ਇਸ ਨਾਲ ਕਿਵੇਂ ਮਹਿਸੂਸ ਹੁੰਦਾ ਹੈ। ਇਸ ਸਮੇਂ ਮੈਨੂੰ ਯਾਦ ਆਇਆ ਕਿ ਮੈਂ ਆਪਣੀ ਭੈਣ ਨੂੰ ਫੋਨ ਵੀ ਕਰਨਾ ਹੈ। ਮੈਂ ਘਰ ਦੇ ਲੈਂਡਲਾਈਨ ਤੋਂ ਉਸ ਦਾ ਨੰਬਰ ਡਾਇਲ ਕੀਤਾ। ਕੁਝ ਦੇਰ ਘੰਟੀ ਵੱਜਣ ਤੋਂ ਬਾਅਦ ਉਸ ਨੇ ਫੋਨ ਚੁੱਕਿਆ ਅਤੇ ਹੈਲੋ ਕਿਹਾ। ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਗੱਲ ਕਰ ਰਹੀ ਹਾਂ ਤਾਂ ਉਹ ਕਹਿਣ ਲੱਗੀ, ਠੀਕ ਹੈ ਮੇਰੇ ਦੋਸਤ, ਤੁਸੀਂ ਕਿਵੇਂ ਹੋ? ਮੈਂ ਠੀਕ ਹਾਂ। ਕੀ ਕਿਹਾ? ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ? ਤੁਸੀਂ ਮੇਰੇ ਘਰ ਆ ਜਾਓ। ਮੇਰਾ ਪਤੀ ਵੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਵੇਗਾ। ਮੈਂ ਕਿਹਾ, ਮੈਂ ਕੀ ਕਹਿ ਰਹੀ ਹਾਂ ਅਤੇ ਤੁਸੀਂ ਮੈਨੂੰ ਕੀ ਕਹਿ ਰਹੇ ਹੋ? ਪਰ ਮੇਰੀ ਗੱਲ ਸੁਣੇ ਬਿਨਾਂ ਉਹ ਆਪਣੀ ਗੱਲ ਹੀ ਕਹਿ ਰਹੀ ਸੀ। ਉਸਨੇ ਮੈਨੂੰ ਆਪਣੇ ਘਰ ਦਾ ਪਤਾ ਲਿਖਣ ਲਈ ਕਿਹਾ ਅਤੇ ਧੀਮੀ ਆਵਾਜ਼ ਵਿੱਚ ਕਹਿਣ ਲੱਗੀ, ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਆਪਣਾ ਮੂੰਹ ਰੁਮਾਲ ਨਾਲ ਢੱਕ ਕੇ ਆਇਓ। ਮੈਂ ਨਹੀਂ ਚਾਹੁੰਦੀ ਕਿ ਮੇਰਾ ਪਤੀ ਜਾਣੇ ਕਿ ਤੁਸੀਂ ਕੌਣ ਹੋ। ਮੈਂ ਝੱਟ ਕਿਹਾ, ਠੀਕ ਹੈ ਮੈਂ ਕੱਲ੍ਹ ਆਵਾਂਗੀ। ਅਗਲੇ ਦਿਨ ਮਾਲਕ ਨੇ ਕਿਸੇ ਕੰਮ ਲਈ ਬਾਹਰ ਜਾਣਾ ਸੀ, ਇਸ ਲਈ ਮੈਂ ਮਾਲਕ ਤੋਂ ਛੁੱਟੀ ਮੰਗੀ ਤਾਂ ਉਸਨੇ ਕਿਹਾ ਠੀਕ ਹੈ। ਮਾਲਕ ਦੇ ਜਾਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਿਆ ਅਤੇ ਫਿਰ ਆਪਣੀ ਭੈਣ ਦੇ ਘਰ ਵੱਲ ਚੱਲ ਪਈ। ਉਸ ਦਾ ਪਤਾ ਪੁੱਛਦੀ ਹੋਈ ਮੈਂ ਉੱਥੇ ਜਾ ਕੇ ਹੈਰਾਨ ਰਹਿ ਗਈ ਕਿਉਂਕਿ ਉੱਥੇ ਮਾਲਕ ਦੀ ਕਾਰ ਪਹਿਲਾਂ ਹੀ ਖੜੀ ਸੀ। ਮੈਂ ਸੋਚਿਆ ਕਿ ਮਾਲਕ ਦੀ ਕਾਰ ਇੱਥੇ ਕੀ ਕਰ ਰਹੀ ਹੈ। ਫਿਰ ਮੈਨੂੰ ਯਾਦ ਆਇਆ ਕਿ ਉਸ ਦਿਨ ਮੇਰੀ ਭੈਣ ਅਤੇ ਉਸ ਦਾ ਪਤੀ ਪਾਰਟੀ ਵਿੱਚ ਆਏ ਸਨ। ਸ਼ਾਇਦ ਉਹ ਮਾਲਕ ਦਾ ਦੋਸਤ ਹੋਣਾ। ਜਦੋਂ ਮੈਂ ਨੌਕਰਾਣੀ ਨੂੰ ਆਪਣੇ ਬਾਰੇ ਦੱਸਿਆ ਤਾਂ ਉਹ ਮੈਨੂੰ ਮੇਰੀ ਭੈਣ ਕੋਲ ਲੈ ਗਈ। ਮੇਰੀ ਭੈਣ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਮੈਨੂੰ ਜੱਫੀ ਪਾ ਕੇ ਰੋਣ ਲੱਗੀ। ਥੋੜੀ ਦੇਰ ਵਿੱਚ ਉਹ ਨਾਰਮਲ ਹੋ ਗਈ ਅਤੇ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਇੱਥੇ ਕਿਸ ਦੇ ਨਾਲ ਰਹਿ ਰਹੇ ਹੋ। ਜਦੋਂ ਮੈਂ ਉਸ ਨੂੰ ਆਪਣੇ ਬੌਸ ਬਾਰੇ ਦੱਸਿਆ ਜਿਸ ਦੇ ਘਰ ਤੁਸੀਂ ਉਸ ਦਿਨ ਪਾਰਟੀ ਤੇ ਆਈ ਸੀ, ਮੈਂ ਉਸ ਦੇ ਘਰ ਰੁਕੀ ਹੋਈ ਹਾਂ, ਉਹ ਡਰ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਇੱਕ ਅਣਜਾਣ ਆਦਮੀ ਦੇ ਘਰ ਇਕੱਲੇ ਕਿਵੇਂ ਰਹਿੰਦੇ ਹੋ? ਤੁਸੀਂ ਭਾਰਤ ਵਾਪਸ ਚਲੇ ਜਾਓ। ਤੁਸੀਂ ਇੱਥੇ ਮੇਰੇ ਲਈ ਆਏ ਸੀ, ਤੁਸੀਂ ਮੈਨੂੰ ਦੇਖ ਲਿਆ ਅਤੇ ਮੈਨੂੰ ਮਿਲ ਵੀ ਲਏ। ਹੁਣ ਤੁਸੀਂ ਵਾਪਸ ਚਲੇ ਜਾਓ। ਇਸੇ ਦੌਰਾਨ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਹ ਮੈਨੂੰ ਮੂੰਹ ਢੱਕਣ ਲਈ ਕਹਿਣ ਲੱਗੀ ਤਾਂ ਉਸ ਦਾ ਪਤੀ ਆਪਣੇ ਦੋਸਤ ਜੋ ਮੇਰਾ ਬੌਸ ਸੀ ਨਾਲ ਕਮਰੇ ਅੰਦਰ ਆਇਆ ਸੀ। ਉਹ ਕਹਿਣ ਲੱਗੀ ਕਿ ਉਹ ਮੇਰੀ ਦੋਸਤ ਹੈ, ਅਸੀਂ ਕੁਝ ਦਿਨ ਪਹਿਲਾਂ ਹੀ ਦੋਸਤ ਬਣੇ ਹਾਂ। ਮੈਂ ਉਹਨਾਂ ਨੂੰ ਨਮਸਕਾਰ ਕਰਨ ਲਈ ਆਪਣੇ ਹੱਥ ਹਿਲਾਏ ਕਿਉਂਕਿ ਮੇਰੀ ਭੈਣ ਨੇ ਮੈਨੂੰ ਉਹਨਾਂ ਲੋਕਾਂ ਦੇ ਸਾਹਮਣੇ ਨਾ ਬੋਲਣ ਲਈ ਕਿਹਾ ਸੀ, ਸਿਰਫ ਹੱਥ ਦੇ ਇਸ਼ਾਰਿਆਂ ਨਾਲ ਹੀ ਹੈਲੋ ਕਹਿਣ ਲਈ ਕਿਹਾ ਸੀ। ਮੈਂ ਉਸ ਨੂੰ ਸਮਝੀ ਨਹੀਂ, ਪਰ ਮੈਂ ਉਹੀ ਕੀਤਾ ਜਿਵੇਂ ਉਸਨੇ ਮੈਨੂੰ ਕਿਹਾ। ਜਦੋਂ ਮੇਰੀ ਭੈਣ ਨੇ ਮੈਨੂੰ ਘਰ ਵਾਪਸ ਜਾਣ ਦਾ ਇਸ਼ਾਰਾ ਕੀਤਾ ਤਾਂ ਮੈਂ ਘਰ ਵਾਪਸ ਆ ਗਈ। ਇੱਕ ਗੱਲ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਉਹ ਇਹ ਸੀ ਕਿ ਮੇਰੀ ਭੈਣ ਅਜੀਬ ਵਿਹਾਰ ਕਿਉਂ ਕਰ ਰਹੀ ਸੀ। ਸ਼ਾਮ ਨੂੰ ਮੇਰਾ ਬੌਸ ਮੇਰੇ ਕੋਲ ਮਠਿਆਈਆਂ ਲੈ ਕੇ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਮੇਰਾ ਵਿਆਹ ਹੋ ਰਿਹਾ ਹੈ, ਬਹੁਤ ਜਲਦੀ ਇਹ ਮਠਿਆਈ ਖਾ ਲਓ। ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸ ਨਾਲ ਵਿਆਹ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸੇ ਲੜਕੀ ਦੇ ਘਰ ਤੋਂ ਆ ਰਿਹਾ ਹਾਂ। ਉਸ ਦੀ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਲੱਗੀ ਕਿਉਂਕਿ ਉਹ ਤਾਂ ਮੇਰੀ ਭੈਣ ਦੇ ਘਰੋਂ ਹੀ ਆ ਰਿਹਾ ਸੀ। ਰੁਕਦੇ ਹੋਏ ਮੈਂ ਉਸ ਨੂੰ ਪੁੱਛਿਆ ਕਿ ਉਸ ਕੁੜੀ ਦਾ ਨਾਮ ਕੀ ਹੈ ਤਾਂ ਉਹ ਮੈਨੂੰ ਦੱਸਣ ਲੱਗਾ ਕਿ ਉਸ ਦਾ ਨਾਮ ਸਾਨੀਆ ਹੈ, ਉਹ ਭਾਰਤੀ ਹੈ। ਡਰਦੇ ਹੋਏ ਮੈਂ ਉਸ ਨੂੰ ਫਿਰ ਪੁੱਛਿਆ ਕਿ ਕੀ ਉਹ ਕੁੜੀ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹੈ? ਮਾਲਕ ਨੇ ਕਿਹਾ, ਹਾਂ ਕਿਉਂ ਨਹੀਂ, ਕੱਲ ਸਾਡਾ ਵਿਆਹ ਹੈ, ਤੁਸੀਂ ਵੀ ਨਾਲ ਆਉਣਾ ਚਾਹੁੰਦੇ ਹੋ? ਇਹ ਸਭ ਕੀ ਹੋ ਰਿਹਾ ਸੀ? ਮੇਰੀ ਹਾਲਤ ਖਰਾਬ ਹੋ ਗਈ।
ਮੈਂ ਝੱਟ ਆਪਣੀ ਭੈਣ ਨੂੰ ਫੋਨ ਕੀਤਾ, ਪਰ ਉਹ ਫੋਨ ਨਹੀਂ ਚੁੱਕ ਰਹੀ ਸੀ। ਮੈਂ ਰਾਤ ਤੱਕ ਉਸ ਨੂੰ ਫੋਨ ਕਰਦੀ ਰਹੀ, ਪਰ ਬਾਅਦ ਵਿੱਚ ਉਸ ਦਾ ਨੰਬਰ ਬੰਦ ਆਉਣ ਲੱਗਾ। ਅਗਲੀ ਸਵੇਰ ਮੇਰੇ ਮਾਲਕ ਦੇ ਕਹਿਣ ਤੇ ਮੈਂ ਵੀ ਤਿਆਰ ਹੋ ਗਈ ਅਤੇ ਫਲਾਂ ਅਤੇ ਮਠਿਆਈਆਂ ਦੀ ਟੋਕਰੀ ਲੈ ਕੇ ਉਸ ਦੀ ਕਾਰ ਵਿੱਚ ਬੈਠ ਗਈ। ਅਸੀਂ ਉੱਥੇ ਹੀ ਉਤਰੇ ਜਿੱਥੇ ਕੱਲ ਗਏ ਸੀ। ਇੱਕ ਛੋਟੀ ਜਿਹੀ ਉਮੀਦ ਜੋ ਮੇਰੇ ਦਿਲ ਵਿੱਚ ਸੀ, ਉਹ ਵੀ ਟੁੱਟ ਗਈ। ਜਦੋਂ ਅਸੀਂ ਘਰ ਦੇ ਅੰਦਰ ਗਏ ਤਾਂ ਸਾਹਮਣੇ ਮੇਰੀ ਭੈਣ ਦੁਲਹਨ ਦੇ ਕੱਪੜੇ ਪਹਿਨ ਕੇ ਬੈਠੀ ਸੀ। ਮੈਂ ਉਸ ਕੋਲ ਗਈ ਤੇ ਇਸ਼ਾਰੇ ਨਾਲ ਪੁੱਛਣ ਲੱਗੀ ਕਿ ਇਹ ਸਭ ਕੀ ਹੈ? ਤੁਸੀਂ ਇਹ ਵਿਆਹ ਕਿਉਂ ਕਰ ਰਹੇ ਹੋ? ਤੁਸੀਂ ਪਹਿਲਾਂ ਹੀ ਵਿਆਹੇ ਹੋਏ ਹੋ। ਤੁਹਾਡਾ ਤਲਾਕ ਕਦੋਂ ਹੋਇਆ? ਪਰ ਉਸਨੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਮੇਰੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹ ਆਪਣੇ ਵਿਆਹ ਵਿੱਚ ਰੁੱਝ ਗਈ। ਇਹ ਸਭ ਦੇਖ ਕੇ ਮੇਰੀ ਹਾਲਤ ਵਿਗੜ ਗਈ। ਮੇਰੀ ਭੈਣ ਮੇਰੀ ਮਾਲਕਣ ਬਣ ਕੇ ਘਰ ਆਈ। ਅਜੇ ਉਸ ਨੂੰ ਕਮਰੇ ਵਿੱਚ ਗਿਆ ਕੁਝ ਹੀ ਸਮਾਂ ਹੋਇਆ ਸੀ ਕਿ ਉਸ ਦੇ ਕਮਰੇ ਵਿੱਚੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ। ਮੈਂ ਝੱਟ ਮਾਲਕ ਦੇ ਕਮਰੇ ਵਿੱਚ ਗਈ। ਮੈਂ ਉੱਥੇ ਜਾ ਕੇ ਦੇਖਿਆ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ ਸੀ। ਮੇਰੀ ਭੈਣ ਅਲਮਾਰੀ ਖੋਲ੍ਹ ਰਹੀ ਸੀ ਅਤੇ ਇੱਕ ਬੈਗ ਵਿੱਚ ਬਰਫ਼ ਦੇ ਕਿਊਬ ਪਾ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਸਭ ਕੀ ਕਰ ਰਹੇ ਹੋ? ਤਾਂ ਉਹ ਕਹਿਣ ਲੱਗੀ ਕਿ ਮੇਰੇ ਕੋਲ ਇਹ ਸਭ ਦੱਸਣ ਦਾ ਸਮਾਂ ਨਹੀਂ ਹੈ। ਉਹ ਘਰ ਤੋਂ ਬਾਹਰ ਨਿਕਲਣ ਹੀ ਵਾਲੀ ਸੀ ਕਿ ਅਚਾਨਕ ਗੇਟ ਤੇ ਪੁਲਿਸ ਨੂੰ ਅੰਦਰ ਆਉਂਦੇ ਦੇਖਿਆ। ਇਸ ਦੌਰਾਨ ਮਾਲਕ ਨੂੰ ਵੀ ਹੋਸ਼ ਆ ਗਿਆ, ਆਪਣੇ ਕਮਰੇ ਤੋਂ ਬਾਹਰ ਆ ਗਿਆ। ਪੁਲਿਸ ਨੇ ਮੇਰੀ ਭੈਣ ਨੂੰ ਗ੍ਰਿਫਤਾਰ ਕਰ ਲਿਆ। ਇਹ ਸਭ ਦੇਖ ਕੇ ਮੈਂ ਦੰਗ ਰਹਿ ਗਈ। ਮੈਂ ਉਸ ਨੂੰ ਦੱਸਿਆ ਕਿ ਉਸਨੇ ਸਿਰਫ ਬਰਫ਼ ਦੇ ਕਿਊਬ ਚੋਰੀ ਕੀਤੇ ਹਨ, ਉਸ ਨੂੰ ਕੁਝ ਨਾ ਕਹੋ। ਮਾਲਕ ਹੱਸਣ ਲੱਗੇ ਅਤੇ ਕਹਿਣ ਲੱਗੇ ਕਿ ਇਹ ਬਰਫ਼ ਦੇ ਟੁਕੜੇ ਨਹੀਂ, ਸਗੋਂ ਬਹੁਤ ਹੀ ਖਾਸ ਅਤੇ ਕੀਮਤੀ ਪੱਥਰ ਹਨ ਜਿਨ੍ਹਾਂ ਦੀ ਤਸਕਰੀ ਕਰਨਾ ਅਪਰਾਧ ਹੈ। ਇਹ ਸੁਣ ਕੇ ਮੇਰੀ ਭੈਣ ਨੇ ਕਿਹਾ ਕਿ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ ਕਿਉਂਕਿ ਤੁਹਾਨੂੰ ਅਜੇ ਕੁਝ ਪਤਾ ਨਹੀਂ ਹੈ। ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੀ ਭੈਣ ਨੂੰ ਇਸ ਰਾਜ ਦਾ ਕਿਵੇਂ ਪਤਾ। ਫਿਰ ਉਹ ਦੱਸਣ ਲੱਗੀ ਕਿ ਉਹ ਪੈਸੇ ਦੀ ਬਹੁਤ ਲਾਲਚੀ ਸੀ। ਸਾਡਾ ਸਾਰਾ ਬਚਪਨ ਗਰੀਬੀ ਵਿੱਚ ਬੀਤਿਆ। ਜਦੋਂ ਸਾਡੀ ਮਾਂ ਘਰ ਘਰ ਜਾ ਕੇ ਕੰਮ ਕਰਦੀ ਸੀ ਤਾਂ ਸਾਨੂੰ ਮੁਸ਼ਕਲ ਨਾਲ ਇੱਕ ਟਾਈਮ ਦੀ ਰੋਟੀ ਮਿਲਦੀ ਸੀ। ਇਹਨਾਂ ਹਾਲਾਤਾਂ ਕਾਰਨ ਸਾਡੇ ਦਿਲਾਂ ਵਿੱਚ ਕਈ ਗਲਤ ਖਿਆਲ ਪੈਦਾ ਹੋ ਗਏ ਸਨ। ਮੈਂ ਕਾਫੀ ਹੱਦ ਤੱਕ ਠੀਕ ਸੀ, ਪਰ ਮੇਰੀ ਭੈਣ ਬਹੁਤ ਭਾਵੁਕ ਸੀ ਅਤੇ ਉਸ ਦੇ ਦਿਲ ਵਿੱਚ ਲਾਲਚ ਭਰਿਆ ਹੋਇਆ ਸੀ। ਇੱਕ ਤਾਂ ਬਚਪਨ ਦੀ ਤੰਗਸਤੀ ਸੀ ਤੇ ਦੂਜਾ ਜਿਵੇਂ ਜਿਵੇਂ ਉਹ ਵੱਡੀ ਹੋ ਰਹੀ ਸੀ ਉਸ ਦਾ ਲਾਲਚ ਵੀ ਵੱਧਦਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਗਲਤ ਕਦਮ ਚੁੱਕਿਆ। ਜਦੋਂ ਮੇਰਾ ਵਿਆਹ ਸਊਦੀ ਵਿੱਚ ਹੋਇਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਹੁਣ ਅਮੀਰ ਹੋ ਜਾਵਾਂਗੀ। ਜਦੋਂ ਮੈਂ ਇੱਥੇ ਆਪਣੇ ਘਰ ਵਿੱਚ ਰੌਣਕ ਦੇਖੀ ਤਾਂ ਮੈਂ ਬਹੁਤ ਖੁਸ਼ ਹੋਈ, ਪਰ ਇੱਕ ਦਿਨ ਮੈਂ ਆਪਣੇ ਪਤੀ ਦੇ ਕੋਲ ਬਰਫ਼ ਦੇ ਛੋਟੇ ਟੁਕੜੇ ਦੇਖੇ। ਜਦੋਂ ਮੈਂ ਉਹਨਾਂ ਨੂੰ ਹੱਥ ਲਾਇਆ ਤਾਂ ਮੇਰੇ ਪਤੀ ਨੂੰ ਬਹੁਤ ਗੁੱਸਾ ਆਇਆ ਅਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਬਰਫ਼ ਦੇ ਗੋਲੇ ਨਹੀਂ ਬਲਕਿ ਹੀਰੇ ਹਨ। ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਤਸਕਰ ਹੈ ਅਤੇ ਉਹ ਇੱਥੇ ਹੀ ਕੰਮ ਕਰਦਾ ਹੈ ਤਾਂ ਉਹ ਬਹੁਤ ਹੀ ਕੀਮਤੀ ਹੀਰੇ ਇੱਥੋਂ ਲੈ ਜਾਂਦਾ ਅਤੇ ਅੱਗੇ ਭੇਜਦਾ ਹੈ। ਇਹ ਉਸ ਦਾ ਕੰਮ ਸੀ। ਮੈਂ ਇਹ ਸਭ ਜਾਣ ਕੇ ਬਹੁਤ ਹੈਰਾਨ ਹੋਈ। ਇਸ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਇਸ ਕੰਮ ਤੇ ਲਗਾ ਦਿੱਤਾ। ਮੈਂ ਜਿੰਨੀ ਲਾਲਚੀ ਸੀ, ਮੈਂ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਸੀ। ਮੈਂ ਪਤੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਹੁਣ ਤੱਕ ਤੁਸੀਂ ਜੋ ਵੀ ਕੀਤਾ ਹੈ, ਪਰ ਹੁਣ ਤੁਸੀਂ ਇਹ ਕੰਮ ਛੱਡ ਕੇ ਕੋਈ ਚੰਗਾ ਕੰਮ ਕਰਨ ਲੱਗ ਜਾਓ। ਪਰ ਉਸਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ ਅਤੇ ਅੱਜ ਮੈਂ ਇਸ ਹਾਲਤ ਵਿੱਚ ਹਾਂ। ਇਹ ਦੱਸ ਕੇ ਉਹ ਰੋਣ ਲੱਗ ਪਈ। ਮਾਲਕ ਨੇ ਕਿਹਾ ਕਿ ਮੈਂ ਕੋਈ ਤਸਕਰ ਨਹੀਂ, ਸਗੋਂ ਕਾਨੂੰਨ ਦਾ ਰਖਵਾਲਾ ਹਾਂ ਅਤੇ ਇਹ ਮੇਰੀ ਡਿਊਟੀ ਹੈ। ਮੈਂ ਤੁਹਾਡੇ ਲੋਕਾਂ ਵਿੱਚ ਰਹਿ ਕੇ ਦੋਸ਼ੀ ਨੂੰ ਫੜਨਾ ਚਾਹੁੰਦਾ ਸੀ ਕਿਉਂਕਿ ਇਹ ਅਪਰਾਧ ਲੰਬੇ ਸਮੇਂ ਤੋਂ ਹੋ ਰਹੇ ਸਨ, ਪਰ ਕੋਈ ਮੁਜਰਮ ਹੱਥ ਨਹੀਂ ਆ ਰਿਹਾ ਸੀ। ਇਸ ਲਈ ਮੈਂ ਇਹ ਭੇਸ਼ ਬਦਲਿਆ। ਉਸੇ ਪਲ ਮੈਂ ਆਪਣੇ ਮਾਲਕ ਦੇ ਪੈਰੀ ਡਿੱਗ ਪਈ ਅਤੇ ਉਹਨਾਂ ਨੂੰ ਕਿਹਾ ਕਿ ਮੇਰੀ ਭੈਣ ਨੂੰ ਮਾਫ਼ ਕਰ ਦਿਓ। ਉਸ ਨੇ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ। ਮੈਂ ਆਪਣੀ ਭੈਣ ਨੂੰ ਜੱਫੀ ਪਾ ਕੇ ਰੋਣ ਲੱਗ ਗਈ। ਪਰ ਹੁਣ ਕੀ ਹੋ ਸਕਦਾ ਸੀ? ਮੇਰੀ ਭੈਣ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦੇ ਖਿਲਾਫ ਫੈਸਲਾ ਸੁਣਾਇਆ ਗਿਆ। ਉਸ ਨੂੰ ਸਜ਼ਾ ਮਿਲੀ, ਪਰ ਮੇਰੀ ਭੈਣ ਨੇ ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਕੀਤਾ। ਉਹ ਹਾਲਾਤਾਂ ਕਾਰਨ ਇਸ ਕੰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਸੀ। ਇਸ ਲਈ ਮੈਂ ਮਾਲਕ ਨੂੰ ਬੇਨਤੀ ਕੀਤੀ ਕਿ ਮੇਰੀ ਭੈਣ ਨੂੰ ਘੱਟੋ ਘੱਟ ਸਜ਼ਾ ਦਿੱਤੀ ਜਾਵੇ। ਮਾਲਕ ਨੇ ਵੀ ਅਜਿਹਾ ਹੀ ਕੀਤਾ।
ਮੇਰੀ ਭੈਣ ਨੂੰ ਸਿਰਫ 5 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਬਾਕੀਆਂ ਨੂੰ 20 ਸਾਲ ਦੀ ਸਜ਼ਾ ਹੋਈ ਸੀ ਅਤੇ ਇੱਥੇ ਕਾਨੂੰਨ ਬਹੁਤ ਸਖਤ ਸੀ। ਮੈਂ ਉਹਨਾਂ ਟਾਈਮ ਉੱਥੇ ਰਹਿਣ ਦਾ ਫੈਸਲਾ ਕੀਤਾ ਜਦੋਂ ਤੱਕ ਮੇਰੀ ਭੈਣ ਇੱਥੇ ਹੈ। ਉੱਥੇ ਮੈਂ ਮਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਆਪਣੇ ਪਤੀ ਨਾਲ ਖੁਸ਼ ਹੈ। ਮੈਂ ਸੋਚਿਆ ਸੀ ਕਿ ਜਦੋਂ ਅਸੀਂ ਇੱਥੋਂ ਵਾਪਸ ਘਰ ਜਾਵਾਂਗੇ ਤਾਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸਾਂਗੀ। ਫਿਲਹਾਲ ਮੈਂ ਆਪਣੀ ਭੈਣ ਦੀ ਸਜ਼ਾ ਪੂਰੀ ਹੋਣ ਦੀ ਉਡੀਕ ਕਰ ਰਹੀ ਸੀ। ਹੌਲੀ ਹੌਲੀ ਸਮਾਂ ਬੀਤਦਾ ਗਿਆ ਅਤੇ 5 ਸਾਲ ਬੀਤ ਗਏ। ਮੇਰੀ ਭੈਣ ਰਿਹਾ ਹੋ ਗਈ ਅਤੇ ਫਿਰ ਅਸੀਂ ਦੋਵੇਂ ਆਪਣੇ ਦੇਸ਼ ਵਾਪਸ ਆ ਗਏ। ਘਰ ਆ ਕੇ ਮੇਰੀ ਭੈਣ ਨੇ ਮਾਂ ਤੋਂ ਮਾਫੀ ਮੰਗੀ ਅਤੇ ਮਾਂ ਨੇ ਉਸ ਨੂੰ ਜੱਫੀ ਪਾ ਲਈ। ਅੱਜ ਅਸੀਂ ਇਕੱਠੇ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।